ਚੰਨੀ ਤੁਸੀਂ ਕਹਿ ਰਹੇ ਹੋ ਸਭ ਤੋਂ ਵੱਡਾ ਰੇਤ ਮਾਫੀਆ ਰੋਪੜ ਦਾ, ਚਰਨਜੀਤ ਸਿੰਘ ਚੰਨੀ ਇਲੀਗਲ ਕੰਸਟਰਕਸ਼ਨ ਦਾ ਕਿੰਗ ਪਿਨ ਤੁਸੀਂ ਕਹਿ ਰਹੇ ਹੋ, ਤੁਹਾਡੇ ਕੋਲ ਪ੍ਰੂਫ ਹੈ? ਤੁਸੀਂ ਕਿਥੇ ਮਰਜ਼ੀ ਬੱਚੇ ਕੋਲੇ ਜਾਓ ਰੋਪੜ ਡਿਸਟ੍ਰਿਕਟ 'ਚ, ਨਾਕੇ ਕਿਹਦੇ ਲੱਗੀ ਹੈ? ਕਹਿਣਗੇ ਚੰਨੀ ਸਾਹਿਬ ਦੇ ਲੱਗੀ ਹੈ। ਇੱਕ ਮੈਂ ਤੁਹਾਨੂੰ ਪੁੱਛ, ਇਹ ਹੀਅਰਸੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ ਤੁਹਾਨੂੰ ਐਸ ਮੀਡੀਆ ਨੂੰ। ਇੰਡਸਟਰੀ ਡਿਪਾਰਟਮੈਂਟ ਜਿਹੜਾ ਹੈਗਾ, ਜਿਹੜਾ ਇੰਡਸਟਰੀ ਡਿਪਾਰਟਮੈਂਟ ਹੈ, ਉਹਦੇ 'ਚ ਮਾਈਨਿੰਗ ਵਾਸ ਪਾਰਟ ਆਫ ਇਟ। ਚੀਫ ਮਿਨਿਸਟਰ ਪਹਿਲੀ ਵਾਰ ਹੋਇਆ 50 ਸਾਲਾਂ 'ਚ, ਚੰਨੀ ਨੇ ਮਾਈਨਿੰਗ ਆਪਣੇ ਕੋਲ ਰੱਖ ਲਿਆ ਜਿੱਥੇ ਰੇਤ ਵਾਲਾ ਕੰਮ ਹੈ, ਤੇ ਇੰਡਸਟਰੀ ਨੂੰ ਮਿਨਿਸਟਰ ਨੂੰ ਦੇਤਾ। ਉਹਨਾਂ ਨੇ ਕਹਿਣਾ ਕਿ ਮੈਂ ਇਸ ਲਈ ਰੱਖ ਲਿਆ ਕਿ ਮੈਂ ਸਾਫ਼ ਕਰਨਾ ਸਿਸਟਮ, ਉਹਨਾਂ ਨੇ ਇਹ ਕਹਿਣਾ। ਮੈਂ ਉਹ ਕਹਿਣਾ ਸ਼ਰਾਬ ਦਾ ਐਕਸਾਈਜ਼ ਐਂਡ ਟੈਕਸੇਸ਼ਨ ਹੈ, ਇਕੱਠੇ ਰਹੇ ਹੈ, ਐਕਸਾਈਜ਼ ਆਪਣੇ ਕੋਲ ਰੱਖ ਲਿਆ, ਉਹ ਜੇ ਸਾਫ਼ ਕਰਨਾ, ਜੇ ਸਾਫ਼ ਕਰਨਾ ਹੈ ਮੈਂ ਤੁਹਾਨੂੰ ਅੱਜ ਦਿਖਾ ਦਿੰਦਾ ਇਲੀਗਲ ਮਾਈਨਿੰਗ ਹਰ ਰੋਜ਼ 12 ਤੇ ਟੀਵੀ 'ਚ ਆ ਰਿਹਾ, ਟਰੱਕਾਂ ਦੇ ਟਰੱਕ ਇਲੀਗਲ ਮਾਈਨਿੰਗ ਦੇ ਡੇਲੀ ਹੈਡਲਾਈਨਸ ਬਣ ਰਹੀਆਂ ਅੱਜ ਵੀ। ਮੈਂ ਤੁਹਾਨੂੰ ਅੱਜ ਤੁਸੀਂ ਅੱਜ ਚੰਡੀਗੜ੍ਹ ਨਿਊ ਚੰਡੀਗੜ੍ਹ ਚਲ ਜਾਓ, ਰਾਤ ਨੂੰ 100 ਟਰੱਕ ਨਿਕਲਦਾ ਦਿਖਾਊਂਗਾ ਮੈਂ ਤੁਹਾਨੂੰ ਉੱਥੇ। ਜਿਹੜੇ ਫੰਕਸ਼ਨ ਤੇ ਕੱਲ ਬਾਘਾ ਪੁਰਾਣਾ MLA ਦੇ ਕਾਂਗਰਸ ਦੇ ਤੇ ਗਏ ਸੀ, ਉਹਦਾ ਫੋਰੈਸਟ ਲੈਂਡ ਤੇ ਕ੍ਰਸ਼ਰ ਹੈ, ਓਪਨਲੀ ਇਲੀਗਲ ਮਾਈਨਿੰਗ ਚੱਲੀ ਜਾਂਦੀ ਹੈ। ਕਿਉਂ ਨਹੀਂ ਰੋਕ ਪਾ ਰਹੇ? ਕਿਉਂਕਿ ਹਿੱਸੇਦਾਰ ਹੈ, ਮੇਨ ਕਿੰਗ ਪਿਨ ਹੈ। ਐਂਡ ਜਿਹੜਾ ਪੰਜਾਬ ਦਾ, ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੱਸਦਾ ਵਿਦ ਕੌਨਕ੍ਰੀਟ, ਜਿਹੜਾ ਪੰਜਾਬ ਦਾ ਸਾਰੀ ਇਲੀਗਲ ਦਾ ਟ੍ਰੇਡ ਦਾ ਹੈਡ ਹੈ, ਉਹ ਹੈਗਾ ਚੰਡਾਲ ਆਦਮੀ ਹੈ ਰਾਜਸਥਾਨ ਦਾ। ਉਹ ਜਿਹੜਾ ਇਹਨਾਂ ਦਾ ਆਬਜ਼ਰਵਰ ਹੈ, ਉਹਦਾ ਰਾਈਟ ਹੈਂਡ ਮੈਨ ਹੈ, ਅਜੇ ਚੌਧਰੀ ਜਿਹੜਾ ਆਇਆ ਇਹਨਾਂ ਦਾ, ਉਹਦਾ ਰਾਈਟ ਹੈਂਡ ਮੈਨ ਹੈ। ਆ ਸਾਰਾ ਇੱਕ ਨੈਕਸਸ ਹੈ। ਹੁਣ ਸਾਰੇ ਠੇਕੇਦਾਰਾਂ ਨੂੰ ਬੁਲਾਇਆ ਚੰਨੀ ਨੇ, ਹਰ ਡਿਸਟਿਲਰੀਆਂ ਨੂੰ ਬੁਲਾਇਆ, ਹੁਣ ਸਾਰਿਆਂ ਨੂੰ ਕਿਹਾ 3-3 ਕਰੋੜ ਰੁਪਏ ਮੈਨੂੰ ਇਮੀਡੀਏਟਲੀ ਇਕੱਠਾ ਕਰਕੇ ਦਿਓ। ਚੀਫ ਮਿਨਿਸਟਰ ਕਹਿ ਰਿਹਾ ਕਿ ਮੈਂ 5 ਰੁਪਏ ਰੇਤਾ ਕਰਤਾ। ਮੈਂ ਇੱਕ ਜਗ੍ਹਾ ਦੱਸ ਦੇ ਮੈਨੂੰ ਪੰਜਾਬ 'ਚ, ਚੀਫ ਮਿਨਿਸਟਰ ਆਫਿਸ਼ਲੀ, ਕਿ ਇਸ ਜਗ੍ਹਾ ਜਾਓ ਤੁਹਾਨੂੰ 5 ਰੁਪਏ ਫੁੱਟ ਰੇਤਾ ਮਿਲੂਗਾ ਇੱਕ ਜਗ੍ਹਾ। ਅੱਜ ਉਹਨਾਂ ਨੇ ਕਿਹਾ ਕਿ ਵੀ ਸੁਖਬੀਰ ਬਾਦਲ ਜੀ ਦੇ ਕੋਲ ਸ਼ਾਇਦ ਇਨਫੋਰਮੇਸ਼ਨ ਨਹੀਂ ਹੈਗੀ, ਪਰ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ। ਉਹਨੂੰ ਕਹੋ ਨੋਟੀਫਿਕੇਸ਼ਨ ਇੱਕ ਜਗ੍ਹਾ ਦੱਸ ਦੇ, ਨੋਟੀਫਿਕੇਸ਼ਨ ਜੋ ਮਰਜ਼ੀ ਕਹਿ ਦੇਣ। ਬਿਆਨ ਚੀਫ ਮਿਨਿਸਟਰ ਕਹਿ ਤਾਂ 5 ਰੁਪਏ, ਮੈਨੂੰ 5 ਰੁਪਏ ਇੱਕ ਜਗ੍ਹਾ ਦੱਸ ਦੇਣ ਕਿ ਇੱਥੇ 5 ਰੁਪਏ ਮਿਲ ਰਿਹਾ। ਖਰੜ ਮੈਨੂੰ ਦੱਸ ਦੇਣ, ਜਿੱਥੇ ਮੋਰਿੰਡਾ ਜਿੱਥੇ ਆਪਣਾ ਸ਼ਹਿਰ ਹੈ, ਉੱਥੇ ਦੱਸ ਦੇਣ ਕਿ ਇਸ ਦੁਕਾਨ ਤੇ ਇਸ ਲੋਕੇਸ਼ਨ ਤੇ 5 ਰੁਪਏ। ਸੁਖਬੀਰ ਜੀ, ਰੇਤਾ ਮਾਈਨਿੰਗ ਇੰਨੀ ਸੌਖੀ ਇੱਕ ਸਿਸਟਮ ਬਣ ਗਿਆ, ਸੌਖਾ ਸਿਸਟਮ ਬਣ ਗਿਆ ਪੈਸੇ ਕਮਾਉਣ ਦਾ, ਕਿ ਇਹ ਹਰ ਸਰਕਾਰ ਦੇ ਵੇਲੇ ਚੱਲਦਾ ਆਇਆ ਔਰ ਸ਼ਾਇਦ ਚੱਲਦਾ ਰਹੇਗਾ ਜਦ ਤੱਕ ਕਿ ਇੱਕ ਸੋਲਿਡ ਸਿਸਟਮ ਨਹੀਂ ਬਣਦਾ। ਕੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸਰਕਾਰ ਵੇਲੇ ਨਹੀਂ ਹੁੰਦਾ ਸੀਗਾ, ਔਰ ਕੀ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਤੁਹਾਡੀ ਸਰਕਾਰ ਆਈ ਤੁਸੀਂ ਇਹਨੂੰ ਕੱਸ ਲਓਗੇ? ਡਿਫਰੈਂਟ ਸੀ, ਅਸੀਂ ਕੀਤਾ ਸੀ। ਅਸੀਂ ਜਦੋਂ ਟੈਂਡਰ ਕੀਤਾ ਸੀ, ਅਸੀਂ ਕਿਹਾ ਜੋ ਸਭ ਤੋਂ ਸਸਤਾ ਦਊਗਾ ਰੇਤਾ ਉਹਨੂੰ ਅਸੀਂ ਬਿੱਡ ਦੇਵਾਂਗੇ। ਸਾਡਾ ਪਰਪਸ ਸੀ ਕਿ ਆਮ ਜਨਤਾ ਨੂੰ ਸਸਤਾ ਮਿਲੇ। ਇਹਨਾਂ ਨੇ ਬਿੱਡ ਹੋਰ ਕੀਤੀ, ਜਿਹੜਾ ਸਭ ਤੋਂ ਵੱਧ ਟੈਕਸ ਦਊਗਾ ਸਰਕਾਰ ਨੂੰ ਉਹਨੂੰ ਬਿੱਡ ਦਿੱਤੀ। ਫਰਕ ਹੈ। ਸਾਡਾ ਇੰਟੈਂਸ਼ਨ ਸੀ ਸਸਤਾ ਕਰਨਾ, ਇਹਨਾਂ ਦਾ ਵੱਧ ਸੀ। ਤੁਸੀਂ ਇਹ ਕਹਿ ਰਹੇ ਹੋ ਕਿ ਜੇ ਟੈਕਸ ਸਭ ਤੋਂ ਵੱਧ ਦਿੱਤਾ ਜਾਏਗਾ ਤਾਂ ਆਬਵੀਅਸਲੀ ਉਸ ਟੈਕਸ ਨੂੰ ਰਿਕਵਰ ਕਰਨ ਲਈ ਰੇਤੇ ਦੀ ਪ੍ਰਾਈਸ ਨੂੰ ਉੱਪਰ ਜਾਣਾ ਪਏਗਾ, ਤੁਸੀਂ ਇਹ ਕਹਿ ਰਹੇ ਹੋ, ਤਾਂ ਕਰਕੇ ਰੇਤਾ ਮਹਿੰਗਾ ਹੋ ਗਿਆ। ਉਹਦੇ 'ਚ ਹੋਰ ਵੀ ਕੰਮ ਕੀਤਾ ਇਹਨਾਂ ਨੇ। ਕੀ ਸਭ ਤੋਂ ਵੱਡੀ ਜਿਹੜੀ ਮਾਫੀਆ ਨੇ ਕੰਮ ਕੀਤਾ, ਜਿਹੜਾ ਤੁਸੀਂ ਇਨਕੁਆਇਰੀ ਕੀਤੀ ਜਾਊਗੀ, ਇਹਨਾਂ ਨੇ ਕੀ ਕੀਤਾ ਤੁਸੀਂ ਦੇਖਿਆ ਹੋਣਾ। 3-4 ਸਾਲ ਪਹਿਲੇ ਰੇਤੇ ਦੀ ਮਾਈਨਸ ਆਕਸ਼ਨ ਕੀਤੀਆਂ, 300 ਕਰੋੜ ਦੀ ਮਾਈਨ ਆਕਸ਼ਨ ਕੀਤੀ, ਤੇ ਉਹਨਾਂ ਨੂੰ ਕਿਹਾ, ਉਹਨੇ ਥੱਲੇ ਲਾਈਨ ਲਿਖਤੀ ਕਿ ਪੇਮੈਂਟ ਉਦੋਂ ਸ਼ੁਰੂ ਹੋਊਗੀ ਜਦੋਂ ਇਨਵਾਇਰਨਮੈਂਟ ਕਲੀਅਰੈਂਸ ਹੋਊਗੀ, ਪਰ ਮਾਈਨਸ ਦਾ ਕਬਜ਼ਾ ਉਹਨਾਂ ਨੇ ਉਸੇ ਦਿਨ ਹੀ ਦੇਤਾ। ਅੱਜ 3 ਸਾਲ 4 ਸਾਲ ਹੋ ਗਏ, ਇੱਕ ਮਾਈਨ ਦੀ ਉਹਨਾਂ ਨੇ ਇਨਵਾਇਰਨਮੈਂਟ ਕਲੀਅਰੈਂਸ ਨਹੀਂ ਲਿਆਂਦੀ। 4 ਸਾਲ ਪੇਮੈਂਟ 1 ਰੁਪਈਆ ਨਹੀਂ ਕੀਤਾ ਪੰਜਾਬ ਸਰਕਾਰ ਨੂੰ, 300 ਕਰੋੜ ਦੇਣਾ ਆਉਣਾ ਸੀ, ਤੇ ਡੇਲੀ ਉੱਥੋਂ ਮਾਈਨਿੰਗ ਹੋ ਰਹੀ ਹੈ। ਇਹ ਤੋਂ ਵੱਡਾ ਘਪਲਾ ਹੋ ਨਹੀਂ ਸਕਦਾ ਜਿੱਡਾ ਵੱਡਾ ਕੀਤਾ, ਐਂਡ ਸਾਰੇ ਅੰਦਰ ਜਾਣਗੇ। ਹੁਣ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਆੜੇ ਹੱਥ ਲੈਂਦੇ ਰਹਿੰਦੇ ਆ, ਜਦ ਦੇਖੋ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਵੀ ਕਿ ਇੱਥੇ ਆ ਨਹੀਂ ਹੋ ਰਿਹਾ, ਇੱਥੇ ਉਹ ਨਹੀਂ ਹੋ ਰਿਹਾ, ਇਹ ਕੀ ਨਜ਼ਰ ਆ ਰਿਹਾ ਤੁਹਾਨੂੰ ਕਿ ਇਹ ਨਵਜੋਤ ਸਿੰਘ ਸਿੱਧੂ ਵੀ ਉਹੀ ਵਾਲੀ ਜਿਹੜੀ ਚੀਜ਼ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਇੰਟਰਨਲੀ ਤੁਸੀਂ ਆਪੋਜੀਸ਼ਨ ਪੈਦਾ ਕਰਕੇ ਰੱਖੋ ਕਿ ਆਪੋਜੀਸ਼ਨ ਨੂੰ ਮੌਕਾ ਨਾ ਮਿਲੇ ਆਪੋਜੀਸ਼ਨ ਕਰਨ ਦਾ, ਕਿ ਇਹ ਹੋ ਰਿਹਾ ਜਾਂ ਕਿ ਵਾਕਈ ਨਵਜੋਤ ਸਿੰਘ ਸਿੱਧੂ ਨੂੰ ਕੋਈ ਚੀਜ਼ਾਂ ਗਲਤ ਲੱਗ ਰਹੀਆਂ, ਜਾਂ ਨਵਜੋਤ ਸਿੰਘ ਸਿੱਧੂ ਦੀ ਕੋਈ ਮਨਸ਼ਾ ਹੈ ਕਿ ਮੈਂ ਕੁਝ ਕਰਨਾ ਚਾਹ ਰਿਹਾ ਜਿਹੜੀ ਚੀਜ਼ ਕਰਕੇ ਮੈਂ ਚਰਨਜੀਤ ਸਿੰਘ ਚੰਨੀ ਨੂੰ ਅਪੋਜ਼ ਕਰਾਂ? ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਨਵਜੋਤ ਸਿੰਘ ਸਿੱਧੂ ਬਣਨਾ ਚਾਹੁੰਦਾ ਹੈ ਚੀਫ ਮਿਨਿਸਟਰ, ਹਰ ਕੋਈ ਬਣਨਾ ਚਾਹੁੰਦਾ ਹੈ। ਉਹ ਸੋਚਦਾ ਹੈ ਕਿ ਉਹ ਬਰਦਾਸ਼ਤ ਨਹੀਂ ਹੋ ਰਿਹਾ ਉਹਦੇ ਤੋਂ ਕਿ ਚੰਨੀ ਬਣ ਗਿਆ। ਤੁਸੀਂ ਦੇਖ ਲਿਆ ਹੋਣਾ, ਹਰ ਰੋਜ਼ ਉਹਦਾ ਇੱਕੋ ਇੰਟੈਂਸ਼ਨ ਹੈ ਚੰਨੀ ਨੂੰ ਡਾਊਨ ਕਰਨਾ। ਇੱਕ ਚੀਫ ਮਿਨਿਸਟਰ ਇੱਕ DGP ਲਾਉਂਦਾ ਹੈ, ਹੂ ਇਜ਼ ਪ੍ਰੈਜ਼ੀਡੈਂਟ ਆਫ ਅ ਪਾਰਟੀ ਟੂ ਸੇ ਕਿ ਉਹਨੂੰ ਲਾਓ, ਕਿਉਂ ਲਾ ਰਿਹਾ? ਇੱਕ ਚੀਫ ਮਿਨਿਸਟਰ ਆਪਣਾ AG ਲਾਉਂਦਾ ਹੈ, ਹੂ ਇਜ਼ ਨਵਜੋਤ ਸਿੱਧੂ ਟੂ ਸੇ ਤੁਸੀਂ ਨਹੀਂ ਲਾਉਣਾ। SSP ਲੱਗ ਰਿਹਾ ਹੈ
ਚੰਨੀ ਨੂੰ ਪੁੱਛਿਆ ਨਹੀਂ ਜਾ ਰਿਹਾ, ਨਵਜੋਤ ਸਿੱਧੂ ਡਾਇਰੈਕਟ ਕਰ ਰਿਹਾ ਹੈ। ਨਵਜੋਤ ਸਿੱਧੂ ਰੋਜ਼ ਹੀ ਚੰਨੀ ਨੂੰ ਕਹਿ ਰਿਹਾ ਇਨਕੰਪੀਟੈਂਟ। ਅੱਜ ਉਹਨੇ ਇੱਕ ਆਹ ਕਹਿਤਾ, ਉਹ ਕਹਿੰਦਾ ਸੀ ਪਹਿਲੇ 70-30 ਰਿਸ਼ਤਾ ਸੀ ਕਾਂਗਰਸ ਕਾਲੀਆਂ ਦਾ ਤੇ ਹੁਣ ਕਹਿੰਦਾ ਚੰਨੀ ਵੀ ਰਲ ਗਿਆ ਬਾਦਲਾਂ ਨਾਲ। ਪਹਿਲੇ ਨਵਜੋਤ ਸਿੱਧੂ ਕਹਿੰਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਰਲ ਗਿਆ, ਅੱਜ ਉਹਦਾ ਬਿਆਨ ਆ ਗਿਆ ਕਹਿੰਦਾ ਬਾਦਲ ਨਾਲ ਚੰਨੀ ਵੀ ਰਲ ਗਿਆ। ਤੇ ਫਿਰ ਕੀ ਹੈ ਚੰਨੀ ਦਾ? ਤੁਸੀਂ ਦੇਖ ਲਓ ਨਵਜੋਤ ਸਿੱਧੂ ਦਾ ਡੇਲੀ ਅਟੈਕ ਉਹ ਆਪਣੀ ਸਰਕਾਰ ਤੇ ਹੈ। ਜਿਹੜਾ ਪ੍ਰਧਾਨ ਆਪਣੀ ਸਰਕਾਰ ਨੂੰ ਪਸੰਦ ਨਹੀਂ ਕਰਦਾ, ਫਿਰ ਪ੍ਰਧਾਨ ਰਹਿਣ ਦੀ ਕੀ ਲੋੜ ਆ ਉੱਥੇ? ਨਵਜੋਤ ਸਿੰਘ ਸਿੱਧੂ ਦੀ ਜਿਹੜਾ ਸਟਾਈਲ ਹੈ ਪੋਲਿਟਿਕਸ ਕਰਨ ਦਾ, ਸਟਰੋਂਗ ਸਟੇਟਮੈਂਟਸ ਦੇਣ ਦਾ ਕਿ ਮੈਂ ਸੁਖ ਵਿਲਾਸ ਨੂੰ ਖਤਮ ਕਰਕੇ ਇੱਥੇ ਸਕੂਲ ਬਣਾ ਦਾਂਗਾ, ਮੈਂ ਆ ਕਰ ਦਾਂਗਾ, ਮੈਂ ਇਹਨੂੰ ਅੰਦਰ ਦੇ ਦਾਂਗਾ, ਮੈਂ ਆ ਕਰ ਦਾਂਗਾ, ਇੱਕ ਜਿਹਨੂੰ ਕਹਿੰਦੇ ਨੇ ਇੱਕ ਰਫ ਸਟਾਈਲ ਪੋਲਿਟਿਕਸ ਦਾ, ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕੀ ਤੁਸੀਂ ਵੀ ਇਸ ਸਟਾਈਲ ਨੂੰ ਸਪੋਰਟ ਕਰਦੇ ਹੋ? ਕੀ ਤੁਸੀਂ ਇਸ ਸਟਾਈਲ ਨੂੰ ਕਦੇ ਅਪਣਾਇਆ ਕਿ ਮੈਂ ਇਸ ਤਰੀਕੇ ਨਾਲ ਗੱਲ ਕਰਾਂ, ਤੂੰ ਤੜਾਕ ਕਰਕੇ ਇੱਕ ਜਿਹੜਾ ਸਟਾਈਲ ਹੁੰਦਾ ਹੈ? ਪੰਜਾਬ ਨੂੰ ਇੱਕ ਸਟੇਬਲ ਮੁੱਖ ਮੰਤਰੀ ਦੀ ਲੋੜ ਹੈ, ਕੋਈ ਮੈਂਟਲ ਮੁੱਖ ਮੰਤਰੀ ਦੀ ਨਹੀਂ। ਅੱਜ ਇਹ ਸਿੱਧੂ ਹੈ ਨਾ, ਮੈਂਟਲ ਸਿੱਧੂ ਹੈ, ਇਹਦਾ ਨਾਮ ਹੈ ਅੱਜ ਤੋਂ ਮੈਂਟਲ ਸਿੱਧੂ ਰਾਤਾ। ਇਹਦਾ ਕੋਈ ਪਤਾ ਨਹੀਂ, ਮੈਂਟਲ ਹੈ। ਤੁਹਾਨੂੰ ਡੇਲੀ ਪਤਾ ਨਹੀਂ ਕੱਲ ਕੀ ਹੋਊਗਾ ਇਹਦੇ ਨਾਲ। ਹਰ ਰੋਜ਼ ਹੁਣ ਇਹਦਾ ਇੱਕੋ ਹੀ ਟਾਰਗੇਟ ਹੈ, ਮੈਂ ਤੁਹਾਨੂੰ ਅੱਜ ਵੀ ਦੇਣਾ, ਕਾਂਗਰਸ ਪਾਰਟੀ ਨੂੰ ਆ ਡਿਸਟਰੋਏ ਕਰਕੇ ਜਾਊਗਾ। ਅਗਲੇ ਕਾਂਗਰਸ ਪਾਰਟੀ ਨੂੰ ਨਹੀਂ ਪਤਾ ਲੱਗ ਰਿਹਾ? ਮੈਂ ਤਾਂ ਆਪ ਹੈਰਾਨ, ਜਾਂ ਉਹ ਫਸੇ ਹੋਏ ਆ ਕਿ ਵੀ ਮਤਲਬ ਕਿਉਂ ਤੁਸੀਂ ਕਹਿ ਰਹੇ ਹੋ ਜੀ? ਜਾਂ ਤਾਂ ਉਹਨਾਂ ਨੂੰ ਪਤਾ ਹੈ ਜਾਂ ਇਹ ਪਲਾਨ ਹੈ, ਉਹ ਸਮਝੇ ਬੈਠੇ ਹੈ ਕਿ ਇਹ ਫਸ ਗਏ। ਕੋਈ ਵੀ ਸਮਝ ਲੂਗਾ। ਮੈਂ ਤੁਹਾਨੂੰ ਦੱਸਾਂ, ਐਜ਼ ਤੁਸੀਂ ਵੀ ਘਰੇ ਬੈਠੇ ਹੋ ਨਾ, ਸੋਚੋਗੇ ਯਾਰ ਕਾਂਗਰਸ ਨੂੰ ਇਹ ਜਿਹਾ ਬੰਦਾ ਕਿਵੇਂ ਮਿਲ ਗਿਆ। ਸਾਰੇ ਹੀ ਕਾਮਨ ਮੈਨ ਵੀ ਆ ਕਹਿ ਰਿਹਾ ਸਹੀ ਮੈਨ ਤੇ ਮੈਂਟਲ ਸਿੱਧੂ ਹੈ। ਹੁਣ ਜਿਹੜਾ ਕੀ ਇਹ ਜਿਹਾ ਬੰਦਾ ਬਾਰਡਰ ਸਟੇਟ ਹੈ, ਪਾਕਿਸਤਾਨ ਜਾ ਕੇ ਇਮਰਾਨ ਖਾਨ ਦੀ ਤਾਰੀਫ ਕਰਦਾ, ਜਨਰਲ ਬਾਜਵਾ ਦੀ ਕਰਦਾ ਹੈ, ਉਹ ਮੈਂਟਲ ਬੰਦਾ ਹੀ ਕਰੂਗਾ ਨਾ। ਤੁਸੀਂ ਇੱਕ ਪਾਰਟੀ ਦੇ ਪ੍ਰਧਾਨ ਹੋ, ਇੱਕ ਦੇਸ਼ ਤੁਹਾਡਾ ਦੁਸ਼ਮਣ ਹੈ, ਦੇਸ਼ ਦਾ ਸਾਡੇ ਰੋਜ਼ ਹਜ਼ਾਰਾਂ ਆਪਣੇ ਲੋਕਾਂ ਨੂੰ ਇੱਥੇ ਤਬਾਹ ਕਰ ਰਿਹਾ। ਡਰੱਗਸ ਸਭ ਤੋਂ ਵੱਡਾ, ਜੇ ਤੁਸੀਂ ਕਹਿੰਦਾ ਡਰੱਗ ਮਾਫੀਆ ਹੈ, ਸਭ ਤੋਂ ਵੱਡਾ ਡਰੱਗਸ ਭੇਜਣ ਵਾਲਾ ISI ਹੈ। ਜੇ ਜਨਰਲ ਬਾਜਵਾ ਨੂੰ ਇਹਨੇ ਜੱਫੀ ਪਾਈ ਸੀ, ਸਾਰੀ ਡਰੱਗਸ ਉਹ ਭੇਜਦੇ ਹਿੰਦੁਸਤਾਨ 'ਚ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਨਾਰਕੋ ਟੈਰਰਿਜ਼ਮ ਦੇ ਥਰੂ ਬਰਬਾਦ ਕਰਨ ਦਾ, ਤੇ ਉਹਨੂੰ ਜੱਫੀ ਪਾਉਂਦਾ ਹੈ। ਸੋ ਜਿਹੜਾ ਬੰਦਾ ਇੰਨਾ ਅਨਸਟੇਬਲ ਹੋਏ, ਉਹ ਸੂਬੇ ਦੀ ਅਗਵਾਈ ਕਰੋਗੇ, ਪਤਾ ਨਹੀਂ ਕੀ ਹੋ ਸਕਦਾ ਹੈ। ਸੁਖਬੀਰ ਜੀ, ਕਿਸਾਨੀ ਅੰਦੋਲਨ ਜਿਸ ਕਰਕੇ ਸ਼ੁਰੂ ਹੋਇਆ ਸੀਗਾ, ਜਿਹੜੇ ਖੇਤੀ ਕਾਨੂੰਨ ਸੀਗੇ, ਉਹ ਖੇਤੀ ਕਾਨੂੰਨ ਵਾਪਸ ਲੈ ਲਿੱਤੇ ਗਏ ਹੈ। ਪ੍ਰਾਈਮ ਮਿਨਿਸਟਰ ਮੋਦੀ ਨੇ ਬਿਲਕੁਲ ਕਲੀਅਰ ਕਰਤਾ, ਮੈਟਰ ਕੈਬਨਿਟ ਵਿੱਚ ਵੀ ਆ ਗਿਆ। ਹੁਣ ਜਦ ਇਸ ਟਾਈਪ ਦੀ ਗੱਲ ਹੋਈ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਨੂੰ ਹੁਣ ਵਾਪਸ ਪਰਤ ਜਾਣਾ ਚਾਹੀਦਾ? ਉਹ ਕਹਿ ਰਹੇ ਕਿ ਅਸੀਂ ਵੇਟ ਕਰਾਂਗੇ ਜਦ ਤੱਕ ਕਿ ਸਾਨੂੰ ਕੰਪਲੀਟਲੀ ਕਲੀਅਰ ਨਹੀਂ ਹੁੰਦਾ, ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਕਿ ਕਾਨੂੰਨ ਵਾਪਸ ਹੋ ਗਏ। ਪਲੱਸ ਉਹਨਾਂ ਦੀ ਕੁਝ ਨਵੀਂ ਡਿਮਾਂਡਸ ਆ ਗਈਆਂ, ਜਿਹਨੂੰ ਕਹਿੰਦੇ ਕਿ ਇੱਕ ਗੋਲ ਪੋਸਟ ਨੂੰ ਚੇਂਜ ਕਰਨਾ। ਪਹਿਲਾਂ ਇੱਕ ਗੋਲ ਪੋਸਟ ਸੀਗਾ, ਹੁਣ ਇੱਕ ਹੋਰ ਬਣਾਤਾ, ਇੱਕ ਹੋਰ ਟਾਰਗੇਟ ਬਣਾਤਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਸਾਨੀ ਦੀ ਬਹੁਤ ਵੱਡੀ ਜਿੱਤ ਹੋਈ ਹੈ, ਜਿਹੜੇ ਕਾਲੇ ਕਾਨੂੰਨ ਬੰਦ ਹੋ ਗਏ। ਜੋ ਅਸੀਂ ਮੋਦੀ ਸਾਹਿਬ ਨੂੰ ਕਹਿ ਰਹੇ ਸੀ ਪਹਿਲੇ ਦਿਨ, ਉਹੀ ਗੱਲ ਹੋਈ। ਤੇ ਇੱਥੇ ਜਿਹੜੀ ਗੱਲ ਹੈ ਕਿ ਕਿਸਾਨ ਜਿਹੜੇ ਯੂਨੀਅਨ ਦੇਖ ਰਹੀ ਹੋਣੀ ਹੈ ਕਿ ਜਦੋਂ ਤੱਕ ਆ ਪਾਰਲੀਮੈਂਟ 'ਚ ਨਹੀਂ ਐਕਟ ਵਾਪਸ ਹੁੰਦਾ, ਜਿਵੇਂ ਐਕਟ ਬੰਦਾ ਪਾਰਲੀਮੈਂਟ 'ਚ ਹੈ, ਕੈਬਨਿਟ 'ਚ ਪਹਿਲੇ ਵੀ ਅਸੀਂ ਕੈਬਨਿਟ ਕਿਹਾ ਸੀ, ਕੈਬਨਿਟ ਦਾ ਮਤਲਬ ਨਹੀਂ ਹੈ ਕਿ ਵਾਪਸ ਹੋ ਗਿਆ। ਆ ਐਕਟ ਆਫੀਸ਼ੀਅਲੀ ਵਾਪਸ ਹੋਊਗਾ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਊਗਾ। ਮੈਨੂੰ ਲੱਗਦਾ ਜਿਹੜੇ ਕਿਸਾਨ ਜਥੇਬੰਦੀਆਂ ਉਹ ਵੇਟ ਕਰ ਰਹੀਆਂ, ਜਦੋਂ ਪਾਰਲੀਮੈਂਟ ਵਿੱਚ ਆਫੀਸ਼ੀਅਲੀ ਹੋ ਜਾਊਗਾ, ਉਹਦੇ ਬਾਅਦ ਉਹ ਫੈਸਲਾ ਲੈਣ।